ਪ੍ਰਾਈਮ ਵਿਮਨ ਦੇ ਗੱਲਾਂ ਵਿੱਚੋਂ ਗਲਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਅਸੀਂ ਗੱਲਾਂ ਦੇ ਵਿੱਚੋਂ ਗਲਕੜੀ ਦੇ ਵਿੱਚ ਜਿਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਆ ਉਹ ਹੈ ਹੈਸੀਅਤ। ਮੇਰੇ ਪ੍ਰੋਫੈਸਰ ਡਾਕਟਰ ਗੁਰਭਜਨ ਗਿੱਲ ਨੇ ਇੱਕ ਬੜੀ ਵਧੀਆ ਲਾਈਨ ਕਹੀ ਹੈ ਕਿ ਵੱਡਾ ਉਹ ਨਹੀਂ ਹੁੰਦਾ ਜਿਹੜਾ ਰੁਤਬੇ 'ਚ ਵੱਡਾ ਹੋਵੇ, ਵੱਡਾ ਉਹ ਹੈ ਜਿਹੜਾ ਆਪਣੇ ਤੋਂ ਛੋਟਿਆਂ ਨੂੰ ਛੋਟੇ ਹੋਣ ਦਾ ਅਹਿਸਾਸ ਨਾ ਦਿਵਾਏ। ਇਹ ਗੱਲ ਅਕਸਰ ਮੈਂ ਜਦੋਂ ਉਹਨਾਂ ਦੀ ਕਲਾਸ ਲਾਉਂਦੀ ਹੁੰਦੀ ਸੀ ਤੇ ਮੈਂ ਅਕਸਰ ਕਲਾਸ ਲਾਉਂਦੀ ਇੱਕ ਦੋ ਵਾਰ ਮੈਂ ਉਹਨਾਂ ਦੇ ਮੂੰਹ 'ਚੋਂ ਇਹ ਸ਼ਬਦ ਸੁਣੇ ਸੀ ਤੇ ਉਸ ਤੋਂ ਬਾਅਦ ਮੈਂ ਮੀਡੀਆ ਦੇ ਉੱਤੇ ਇਹ ਸ਼ਬਦ ਸਰਕੂਲੇਟ ਹੁੰਦੇ ਸੁਣੇ। ਸੋ ਜਿੱਥੇ ਵੀ ਬੈਠੇ ਜੇ ਮੇਰੇ ਪ੍ਰੋਫੈਸਰ ਇਹ ਪ੍ਰੋਗਰਾਮ ਦੇਖ ਰਹੇ ਨੇ ਤੇ ਮੈਂ ਉਹਨਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਤੇ ਆਪਣੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਕਹਿਣਾ ਚਾਹੁੰਦੀ ਹਾਂ ਕਿ ਬਿਲਕੁਲ ਉਹਨਾਂ ਦੀ ਇਹ ਗੱਲ ਜਦੋਂ ਸਾਨੂੰ ਪੜ੍ਹਾਉਂਦੇ ਹੁੰਦੇ ਸੀ ਬਹੁਤ ਵਾਜਬ ਤੇ ਸਹੀ ਆ ਕਿ ਵੱਡਾ ਉਹ ਨਹੀਂ ਹੁੰਦਾ ਜਿਹੜਾ ਰੁਤਬੇ 'ਚ ਵੱਡਾ ਹੋਵੇ, ਅਹੁਦੇ 'ਚ ਵੱਡਾ ਹੋਵੇ, ਪੈਸੇ 'ਚ ਵੱਡਾ ਹੋਵੇ ਜਾਂ ਘਰ 'ਚ ਵੱਡੇ ਘਰ ਵਾਲਾ ਹੋਵੇ ਜਾਂ ਵਧੀਆ ਵੱਡੇ ਵੱਡੇ ਬ੍ਰਾਂਡ ਪਾਉਂਦਾ ਹੋਵੇ, ਵੱਡੀ ਗੱਡੀ ਵਾਲਾ ਹੋਵੇ। ਵੱਡਾ ਇਨਸਾਨ ਉਹ ਹੁੰਦਾ ਜਿਹੜਾ ਆਪਣੇ ਨਾਲ ਬੈਠੇ ਆਪਣੇ ਤੋਂ ਛੋਟਿਆਂ ਨੂੰ ਛੋਟਾ ਮਹਿਸੂਸ ਨਾ ਕਰਾਏ। ਅਕਸਰ ਅਸੀਂ ਇਹ ਗੱਲ ਦੇ ਜੇ ਅਸੀਂ ਡੂੰਘੇ ਪੱਖ ਵੱਲ ਝਾਤ ਮਾਰੀਏ ਤੇ ਅਕਸਰ ਸਾਡੇ ਬਜ਼ੁਰਗ ਵੀ ਸਾਨੂੰ ਕਹਿੰਦੇ ਹੁੰਦੇ ਸੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਛੋਟਿਆਂ ਨੂੰ ਵੀ ਪਿਆਰ ਕਰਨਾ ਚਾਹੀਦਾ। ਸੋ ਪਰ ਕੀ ਅਸੀਂ ਇਸ ਗੱਲ ਨੂੰ ਕਿੰਨਾ ਕੁ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਤਰਜੀਹ ਦਿੰਦੇ ਹਾਂ, ਕਿੰਨਾ ਕੁ ਅਸੀਂ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਇਸ ਗੱਲ ਦੇ ਉੱਤੇ ਖੜੇ ਰਹਿੰਦੇ ਹਾਂ ਕਿ ਹਾਂ ਅਸੀਂ ਆਪਣੇ ਤੋਂ ਛੋਟੇ ਬੰਦੇ ਨੂੰ ਛੋਟੇ ਹੋਣ ਦਾ ਅਹਿਸਾਸ ਨਹੀਂ ਦਿਵਾਉਣਾ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਅਕਸਰ ਜੇ ਅਸੀਂ ਆਪਣੇ ਰਹਿਣ ਸਹਿਣ ਜਾਂ ਵਰਤ ਵਰਤਾਰੇ 'ਤੇ ਝਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਜੇ ਕੋਈ ਬਹੁਤ ਵੱਡੇ ਰੁਤਬੇ ਵਾਲਾ ਬੰਦਾ ਸਾਨੂੰ ਲੱਗਦਾ ਕਿ ਇਹਦਾ ਬਹੁਤ ਵੱਡਾ ਘਰ ਆ ਜਾਂ ਇਹ DC ਲੱਗਿਆ ਹੋਇਆ ਤੇ ਅਸੀਂ ਦੂਰੋਂ ਖੜੇ ਹੋ ਕੇ ਵੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੱਕ ਨੇੜੇ ਨਹੀਂ ਆ ਜਾਂਦਾ ਉਹਨੂੰ ਸਤਿ ਸ਼੍ਰੀ ਅਕਾਲ ਅਸੀਂ ਜ਼ਰੂਰ ਬੁਲਾ ਦੇਣੀ ਆ। ਅਤੇ ਜੇ ਕੋਈ ਆਮ ਛੋਟੀ ਮਤਲਬ ਆਮ ਬੰਦਾ ਹੈਗਾ ਜਿਹਦੀ ਕੋਈ ਬਹੁਤੀ ਵੱਡੀ ਪੋਸਟ ਨਹੀਂ ਆ, ਅਹੁਦਾ ਨਹੀਂ ਆ ਜਾਂ ਰੁਤਬਾ ਨਹੀਂ ਆ ਜਾਂ ਵੱਡਾ ਘਰ ਨਹੀਂ ਆ ਅਤੇ ਅਸੀਂ ਉਹਨੂੰ ਕਿੰਨਾ ਕੁ ਮਾਣ ਸਤਿਕਾਰ ਦਿੰਦੇ ਹਾਂ। ਇਹ ਵਿਸ਼ਾ ਇਸ ਕਰਕੇ ਵੀ ਜੁੜਿਆ ਹੋਇਆ ਕਿਉਂਕਿ ਜਦੋਂ ਕਈ ਵਾਰੀ ਕੈਨੇਡਾ, ਅਮਰੀਕਾ, ਬਾਹਰਲੇ ਮੁਲਕਾਂ ਦੇ ਲੋਕ ਪੰਜਾਬ 'ਚ ਜਾਂਦੇ ਆ ਅਤੇ ਅਕਸਰ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਸਾਡੇ ਭੈਣ ਭਰਾ ਨੇ ਉਹ ਬਾਹਰਲੇ ਜਿਹੜੇ ਸਾਡੇ ਭੈਣ ਭਰਾ ਉੱਥੇ ਜਾਂਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਖਾਤਰਦਾਰੀ ਕਰਦੇ ਆ। ਅਤੇ ਦੇਖਿਆ ਜਾਵੇ ਤਾਂ ਖਾਤਰਦਾਰੀ ਇਸ ਕਰਕੇ ਨਹੀਂ ਹੋਣੀ ਚਾਹੀਦੀ ਕਿ ਇਹ ਬੰਦੇ ਕੋਲ ਪੈਸਾ ਜ਼ਿਆਦਾ, ਦੌਲਤ ਜ਼ਿਆਦਾ ਜਾਂ ਬ੍ਰਾਂਡ ਜ਼ਿਆਦਾ ਜਾਂ ਇਹਦਾ ਰੁਤਬਾ ਬਹੁਤ ਵੱਡਾ ਇਸ ਕਰਕੇ ਖਾਤਰਦਾਰੀ ਕਰਨੀ ਆ। ਕਿਉਂਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਚੰਗੇ ਗੁਣਾਂ, ਨੇਕ ਸੁਭਾਅ ਨੂੰ ਅਸੀਂ ਅਹਿਮੀਅਤ ਦੇਣੋਂ ਹਟ ਗਈਆਂ? ਕਿਉਂਕਿ ਪੁਰਾਣੇ ਜ਼ਮਾਨੇ 'ਚ ਬਜ਼ੁਰਗ ਕਹਿੰਦੇ ਸੀ ਕਿ ਬੰਦਾ ਹੀ ਬੰਦੇ ਦੀ ਦਾਰੂ ਹੁੰਦਾ, ਪਰ ਹੁਣ ਅਸੀਂ ਇੰਨੇ ਕੁ ਕਮਰਸ਼ੀਅਲਾਈਜ਼ਡ ਹੋ ਗਏ ਹਾਂ ਕਿ ਸਾਨੂੰ ਲੱਗਦਾ ਕਿ ਜੇ ਇਹ ਬੰਦੇ ਦਾ ਰੁਤਬਾ ਬਹੁਤ ਵੱਡਾ ਜਾਂ ਇਹ ਸਾਡੇ ਕੋਈ ਕੰਮ ਆ ਸਕਦਾ ਜਾਂ ਪੈਸੇ ਦੇ ਹਿਸਾਬ ਨਾਲ ਕਿਤੇ ਅਸੀਂ ਹੈਸੀਅਤ ਤਾਂ ਨਹੀਂ ਤੋਲਣ ਲੱਗ ਗਏ। ਇਹ ਵੀ ਗੱਲ ਸੱਚੀ ਹੈ ਕਿ ਕੋਈ ਵੀ ਇਨਸਾਨ ਦੁਨੀਆ 'ਤੇ ਇਹੋ ਜਿਹਾ ਨਹੀਂ ਹੈ ਕਿ ਜਿਹਦੇ 'ਚ ਕੋਈ ਗੁਣ ਨਾ ਹੋਵੇ ਅਤੇ ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੈ ਜਿਹਦੇ 'ਚ ਕੋਈ ਔਗੁਣ ਨਾ ਹੋਵੇ। ਪਰ ਅਸੀਂ ਕਿਸ ਤੱਕੜੀ ਦੇ ਵਿੱਚ ਹੈਸੀਅਤ ਨੂੰ ਤੋਲਦੇ ਹਾਂ ਕਿ ਅਸੀਂ ਸਿਰਫ ਪੈਸੇ ਦੇ ਹਿਸਾਬ ਨਾਲ ਹੈਸੀਅਤ ਤੋਲਣ ਲੱਗ ਗਏ ਹਾਂ। ਚੰਗੇ ਗੁਣ, ਚੰਗੀ ਐਜੂਕੇਸ਼ਨ, ਦੂਜਿਆਂ ਨਾਲ ਵਰਤਣ ਦਾ ਤਰੀਕਾ ਕੀ ਅਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਇਹਨਾਂ ਬਾਰੇ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਜਾਂ ਆਪ ਖੁਦ ਅਸੀਂ ਇਸ ਬਾਰੇ ਸੁਚੇਤ ਹਾਂ ਕਿ ਹੋ ਸਕਦਾ ਕਿ ਜਿਹੜਾ ਕਿਰਤੀ ਕੰਮ ਆ, ਮਿਹਨਤ ਕਰ ਰਿਹਾ, ਮਜ਼ਦੂਰੀ ਕਰ ਰਿਹਾ, ਉਹ ਬਹੁਤ ਟੈਲੈਂਟਡ ਹੋਵੇ। ਇਹ ਵੀ ਹੋ ਸਕਦਾ ਕਿ ਜਿਸ ਚੀਜ਼ ਨੂੰ ਅਸੀਂ ਜਿਸ ਹੈਸੀਅਤ ਦੇ ਨਾਲ ਅਸੀਂ ਵਰਤਣਾ ਚਾਹੁੰਦੇ ਹਾਂ, ਕਿਉਂਕਿ ਦੁਨੀਆ ਦੇ ਵਿੱਚ ਇਹ ਐਗਜ਼ਾਮਪਲ ਵੀ ਉਦਾਹਰਨ ਵੀ ਸਾਹਮਣੇ ਆਈ ਆ ਕਿ ਬਹੁਤ ਵੱਡੇ ਵੱਡੇ ਅਰਬਪਤੀ ਇੱਕਦਮ ਥੱਲੇ ਡਿੱਗ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਅੱਜ ਅਸੀਂ ਕੁਛ ਵੀ ਨਹੀਂ ਸਮਝਦੇ ਉਹ ਕੱਲ੍ਹ ਨੂੰ ਬਹੁਤ ਦੁਨੀਆ ਦੇ ਵਿੱਚ ਅੱਗੇ ਵੱਧ ਸਕਦੇ ਨੇ। ਇਹ ਵੀ ਹੋ ਸਕਦਾ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਬੰਦਾ ਇਸ ਪੋਸਟ 'ਤੇ ਹੈ ਇਸ ਕਰਕੇ ਇਹਨੂੰ ਅਸੀਂ ਮਾਣ ਸਤਿਕਾਰ ਦੇਣਾ। ਇੱਕ ਹਾਸੇ ਵਾਲੀ ਗੱਲ ਇਹ ਵੀ ਆ ਵੀ ਕਹਿੰਦੇ ਸਾਰੀ ਜ਼ਿੰਦਗੀ ਕਲੋਨੀ ਦੇ ਵਿੱਚ ਜਾਂ ਗਲੀ ਗੁਆਂਢ ਦੇ ਵਿੱਚ ਲੋਕ ਕਹਿੰਦੇ ਰਹੇ ਵੀ SSP ਸਾਹਿਬ ਆ ਰਹੇ ਆ, SSP ਸਾਹਿਬ ਆ ਰਹੇ ਆ। ਜਿੱਦਣੇ ਉਹ ਰਿਟਾਇਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਨਾਂ ਨਾਲ ਬੁਲਾਉਣ ਲੱਗ ਗਏ। ਸੋ ਕੀ ਅਸੀਂ ਸਾਰਾ ਕੁਛ ਜਿਹੜਾ ਸਟੇਟਸ ਆ ਜਾਂ ਹੈਸੀਅਤ ਆ ਕੀ ਅਸੀਂ ਪੈਸੇ, ਰੁਤਬੇ ਜਾਂ ਆਦਰ ਦੇ ਨਾਲ ਹੀ ਤੋਲੀ ਜਾਂਦੇ ਹਾਂ? ਅਸੀਂ ਕਦਰਾਂ ਕੀਮਤਾਂ ਨੂੰ ਪਿੱਛੇ ਤਾਂ ਨਹੀਂ ਕਰ ਦਿੱਤਾ? ਇਹ ਆਪਣੇ ਆਪ ਦੇ ਵਿੱਚ ਇੱਕ
ਵੱਡੇ ਸਵਾਲ ਨੇ। ਕਈ ਵਾਰੀ ਇਹ ਅਕਸਰ ਜੇ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰੀਏ, ਕਈ ਵਾਰੀ ਹੁੰਦਾ ਕਿ ਭੈਣ ਭਰਾ ਵੀ ਆਪਸ ਦੇ ਵਿੱਚ ਉਵੇਂ ਵਰਤਦੇ ਆ ਵੀ ਜੇ ਤੇ ਕੋਈ ਭਰਾ ਬਹੁਤ ਵੱਡਾ ਜਾਂ ਅਮੀਰ ਆ ਤਾਂ ਫਿਰ ਅਸੀਂ ਉਸ ਹਿਸਾਬ ਨਾਲ ਵਰਤਦੇ ਹਾਂ, ਅਤੇ ਜੇ ਕੋਈ ਕਿਸੇ ਦਾ ਕੰਮਕਾਰ ਵਧੀਆ ਨਹੀਂ ਚੱਲਿਆ, ਕਿਉਂਕਿ ਇਹ ਤਾਂ ਪਰਮਾਤਮਾ ਦੇ ਹੱਥ 'ਚ ਹੁੰਦਾ ਕਿ ਕਿਸ ਇਨਸਾਨ ਨੇ ਜ਼ਿੰਦਗੀ 'ਚ ਕਿੱਥੇ ਤੱਕ ਅੱਗੇ ਤੱਕ ਵਧਣਾ। ਸੋ ਕਈ ਵਾਰੀ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਅਸੀਂ ਇੰਨੇ ਪ੍ਰੈਕਟੀਕਲ ਹੋ ਜਾਂਦੇ ਹਾਂ ਕਿ ਜਿਹੜੀ ਭੂਆ ਬਹੁਤ ਅਮੀਰ ਆ ਅਤੇ ਉਹਨੂੰ ਤਾਂ ਅਸੀਂ ਜਦੋਂ ਉਹਨਾਂ ਨੇ ਘਰੇ ਆਉਣਾ ਤਾਂ ਅਸੀਂ ਬੜੀ ਖਾਤਰਦਾਰੀ ਕਰਦੇ ਹਾਂ, ਅਤੇ ਜਿਹੜੀ ਭੂਆ ਥੋੜ੍ਹੀ ਜਿਹੀ ਛੋਟੇ ਪਰਿਵਾਰ 'ਚ ਚਲੀ ਗਈ ਅਤੇ ਉਹਨੂੰ ਅਸੀਂ ਉਸ ਹਿਸਾਬ ਨਾਲ ਟਰੀਟ ਕਰਦੇ ਹਾਂ। ਇਹ ਕਦਰਾਂ ਕੀਮਤਾਂ ਵੈਸੇ ਸਾਡੇ ਬਜ਼ੁਰਗਾਂ ਨੇ ਹਮੇਸ਼ਾ ਕਹਿੰਦੇ ਸੀ ਕਿ ਜਦੋਂ ਕੋਈ ਗੈਸਟ ਘਰੇ ਆ ਜਾਂਦਾ ਸੀ ਅਤੇ ਖੁਸ਼ੀ ਨਾਲ ਇੱਕ ਦੂਜੇ ਨੂੰ ਵਰਤਦੇ ਸੀ, ਹੈਸੀਅਤ ਘੱਟ ਦੇਖਦੇ ਸੀ। ਪਰ ਹੁਣ ਅਸੀਂ ਜਿਸ ਇਨਸਾਨ ਨੂੰ ਮਿਲਦੇ ਹਾਂ ਜਾਂ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਸਭ ਤੋਂ ਪਹਿਲਾਂ ਉਹਦੇ ਕੱਪੜੇ ਦੇਖਦੇ ਹਾਂ ਕਿ ਕਿਹੜੇ ਬ੍ਰਾਂਡ ਦੇ ਪਾਏ ਆ। ਇਸੇ ਕਰਕੇ ਸ਼ਾਇਦ ਹੁਣ ਅੱਜ ਕੱਲ੍ਹ ਦੇਖਾ ਦੇਖੀ ਅਸੀਂ ਇਹ ਵੀ ਹੋ ਸਕਦਾ ਕਿ ਜਿਸ ਇਨਸਾਨ ਨੇ ਕੋਈ ਬ੍ਰਾਂਡ ਦੇ ਕੱਪੜੇ ਨਾ ਪਾਏ ਹੋਣ ਉਹ ਹੋਰ ਟੈਲੈਂਟਡ ਹੋਵੇ। ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ CEO ਜੇ ਤੁਸੀਂ ਦੇਖੋਗੇ ਉਹਨਾਂ ਦੇ ਨੋਰਮਲ ਕੱਪੜੇ ਪਾਏ ਹੋਣਗੇ, ਅਤੇ ਅਸੀਂ ਕਈ ਵਾਰੀ ਸਿਰ ਤੋਂ ਲੈ ਕੇ ਪੈਰਾਂ ਤੱਕ ਬ੍ਰਾਂਡਾਂ ਨਾਲ ਕਵਰ ਹੁੰਦੇ ਹਾਂ। ਅਸੀਂ ਫੋਕੇ ਰੁਤਬੇ ਨੂੰ ਜਾਂ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਜਿਹੜੀ ਇਹ ਜੱਦੋ ਜਹਿਦ ਆ, ਇਹਦੇ 'ਚ ਅਸੀਂ ਜ਼ਿਆਦਾ ਤਾਂ ਨਹੀਂ ਪੈ ਗਏ। ਇਹ ਆਪਣੇ ਆਪ 'ਚ ਸਵਾਲ ਇਸ ਕਰਕੇ ਆ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੇ ਉਹ ਰਿਸ਼ਤੇਦਾਰ ਜਿਨ੍ਹਾਂ ਦੇ ਬਹੁਤ ਵੱਡੇ ਘਰ ਆ, ਜਾਂ ਜਿਹੜੇ ਕਹਿੰਦੇ ਆ ਕਿ ਸਾਡੇ ਕੋਲ 4-5 ਪ੍ਰੋਪਰਟੀਆਂ ਨੇ ਜਾਂ ਸਾਡੇ ਕੋਲ ਬਹੁਤ ਵੱਡੀ ਗੱਡੀ ਆ, ਅਤੇ ਅਸੀਂ ਉਹਨਾਂ ਨੂੰ ਵੱਧ ਤਰਜੀਹ ਦੇ ਦਿੰਦੇ ਹਾਂ, ਅਤੇ ਜਿਹੜੇ ਪਰਿਵਾਰ ਹੋ ਸਕਦਾ ਕਿ ਜਿਹੜੇ ਪਰਿਵਾਰ ਕੋਲ ਛੋਟਾ ਘਰ ਹੋਵੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਜ਼ਿਆਦਾ ਧਿਆਨ ਦਿੰਦੇ ਹੋਣ। ਸੋ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੀ ਜਾਂਦੇ ਹਾਂ। ਅਸੀਂ ਪੜ੍ਹਾਈ, ਇੱਕ ਦੂਜੇ ਨਾਲ ਖੁਸ਼ ਹੋਣਾ, ਇਹ ਚੀਜ਼ਾਂ ਨੂੰ ਪਿੱਛੇ ਛੱਡਦੇ ਜਾਂਦੇ ਹਾਂ। ਵੈਸੇ ਪੰਜਾਬੀ 'ਚ ਇੱਕ ਕਹਾਵਤ ਵੀ ਆ ਕਿ ਕਦੇ ਕਦੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ। ਸੋ ਕੀ ਅਸੀਂ ਆਪਣੇ ਕੰਮਾਂ ਨੂੰ ਕਰਾਉਣ ਦੇ ਕਰਕੇ ਇੰਨੇ ਕੁ ਹੋ ਗਏ ਆ ਕਿ ਸਾਨੂੰ ਲੱਗਦਾ ਕਿ ਬਈ ਇਹ ਕੰਮ ਅਸੀਂ ਕਰਾਉਣਾ, ਅਤੇ ਚਾਹੇ ਉਸ ਇਨਸਾਨ ਨੂੰ ਨੌਲੇਜ ਹੈਗੀ ਆ ਜਾਂ ਨਹੀਂ ਹੈਗੀ, ਅਤੇ ਅਸੀਂ ਸਿਰਫ ਆਪਣੇ ਕੰਮ ਕੱਢੂ ਹੋ ਗਏ ਹਾਂ। ਅਸੀਂ ਇੱਕ ਕਹਿੰਦੇ ਆ ਕਿ ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ, ਅਤੇ ਮਤਲਬ ਸਿਰਫ ਅਤੇ ਸਿਰਫ ਅਸੀਂ ਪੈਸੇ ਦੇ ਮਾਪਦੰਡਾਂ 'ਤੇ ਤਾਂ ਨਹੀਂ ਕਿਤੇ ਰਿਸ਼ਤਿਆਂ ਦੇ ਵਿੱਚ ਵਰਤਦੇ। ਜੇ ਅਸੀਂ ਆਪਣੇ ਪੰਜਾਬੀ ਘਰਾਂ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਅਕਸਰ ਅਸੀਂ ਸੋਚਦੇ ਹਾਂ, ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਕਿਹੜੀ ਵੱਡੀ ਜਗ੍ਹਾ ਦੇ ਉੱਤੇ, ਕਿਹੜੇ ਵੱਡੇ ਰਿਜ਼ੋਰਟ ਦੇ ਵਿੱਚ ਫੰਕਸ਼ਨ ਹੋਣ ਜਾ ਰਿਹਾ। ਜੇ ਤਾਂ ਬਹੁਤ ਵੱਡੇ ਰਿਜ਼ੋਰਟ ਜਾਂ ਬਹੁਤ ਵੱਡੀ ਜਗ੍ਹਾ 'ਤੇ ਫੰਕਸ਼ਨ ਹੋਣਾ, ਫਿਰ ਅਸੀਂ ਹੋ ਸਕਦਾ ਸਾਡੀ ਜੇਬ ਇਜਾਜ਼ਤ ਨਾ ਵੀ ਦਿੰਦੀ ਹੋਵੇ ਅਤੇ ਅਸੀਂ ਵਧੀਆ ਤੋਂ ਵਧੀਆ ਕੱਪੜੇ ਪਾਉਣ ਦੀ ਟਰਾਈ ਕਰਾਂਗੇ, ਅਤੇ ਕਈ ਰਿਸ਼ਤਿਆਂ ਦੇ ਵਿੱਚ ਅਸੀਂ ਇਹ ਕਹਿ ਦਾਂਗੇ ਚਲੋ ਇਹਨਾਂ ਦਾ ਤਾਂ ਨਿੱਕਾ ਜਿਹਾ ਫੰਕਸ਼ਨ ਹੀ ਹੈ, ਇਹਨਾਂ ਦੇ ਫੰਕਸ਼ਨ 'ਤੇ ਇੱਕ ਜਣਾ ਵੀ ਚਲਿਆ ਜਾਊ ਸਰਜੂ। ਜਾਂ ਫਿਰ ਕਈ ਵਾਰੀ ਇਹ ਵੀ ਹੁੰਦਾ ਕਿ ਕਈ ਸਾਡੇ ਵੀਰ ਇਹ ਕਹਿ ਦਿੰਦੇ ਆ ਵੀ ਉੱਥੇ ਤਾਂ ਵਿਆਹ ਦੇ ਵਿੱਚ ਤੁਸੀਂ ਸੋਫੀ ਵਿਆਹ ਸੀ ਕਿ ਸੋਫੀ ਸੀ, ਜਾਂ ਦਾਰੂ ਦੀ ਕੁਆਲਿਟੀ ਵੀ ਬੜੀ ਮਾੜੀ ਸੀ। ਸੋ ਕੀ ਅਸੀਂ ਆਪਣੇ ਇਹਨਾਂ ਨਿੱਕੀਆਂ ਗੱਲਾਂ 'ਤੇ ਸਾਨੂੰ ਝਾਤ ਮਾਰਨ ਦੀ ਲੋੜ ਆ ਕਿ ਅਸੀਂ ਸਿਰਫ ਇੱਕ ਤਰ੍ਹਾਂ ਨਾਲ ਦਿਖਾਵੇ ਵਾਲੀ ਜ਼ਿੰਦਗੀ ਜਿਉਣ ਲੱਗ ਗਏ? ਹੋ ਸਕਦਾ ਉਸ ਪਰਿਵਾਰ ਦਾ ਬਜਟ ਓਨਾ ਹੋਵੇ। ਔਰ ਕਈ ਵਾਰੀ ਇਹ ਵੀ ਹੁੰਦਾ ਕਿ ਕਈ ਪਰਿਵਾਰ ਜਾ ਕੇ ਇਹ ਵੀ ਕੰਪੇਅਰ ਕਰਦੇ ਆ ਵੀ ਉਹਨਾਂ ਦੇ ਵਿਆਹ 'ਚ ਤਾਂ ਬਹੁਤ ਜ਼ਿਆਦਾ ਚੀਜ਼ਾਂ ਆਈਟਮਾਂ ਸੀਗੀਆਂ, ਬਹੁਤ ਜ਼ਿਆਦਾ ਵੱਡਾ ਲੈਵਿਸ਼ਿੰਗ ਵਿਆਹ ਕੀਤਾ ਗਿਆ ਸੀ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਹੋ ਸਕਦਾ ਉਹਨਾਂ ਨੇ ਆਪਣੇ ਉਹ ਪੈਸੇ ਜੋੜੇ ਨੇ ਆਪਣੇ ਖਰਚੇ ਲਈ ਵਰਤਣੇ ਜ਼ਿਆਦਾ ਜ਼ਰੂਰੀ ਸਮਝੇ ਹੋਣ, ਜਾਂ ਕੁੜੀ ਦੇ ਬਾਪ ਨੇ ਉਹਦਾ ਬਜਟ ਓਨਾ ਹੋਵੇ। ਸੋ ਅਸੀਂ ਨਗੋਚਾਂ ਕੱਢਣ ਦੀ ਵੀ ਬੜੀ ਕਰਦੇ ਹਾਂ ਕਿ ਜੇ ਕੱਪੜਿਆਂ ਦੇ ਹਿਸਾਬ ਨਾਲ ਜਾਂ ਖਾਣ ਪੀਣ ਦੇ ਕਿਹੜੀ ਚੀਜ਼ ਸਾਨੂੰ ਉੱਥੇ ਰੈਸਟੋਰੈਂਟ ਦੇ ਵਿੱਚ ਜਾਂ ਰਿਜ਼ੋਰਟ ਦੇ ਵਿੱਚ ਵਿਆਹ ਦੇ ਵਿੱਚ ਕੀ ਸਾਨੂੰ ਮਿਲਿਆ ਸੀ, ਉਹਦੇ ਹਿਸਾਬ ਨਾਲ ਵੀ ਬੜਾ ਉਸ ਪਰਿਵਾਰ ਨੂੰ ਵਰਤਦੇ ਹਾਂ। ਜਾਂ ਜੇ ਜਨਮ ਦਿਨ ਦੀ ਗੱਲ ਕਰ ਲਈ ਜਾਏ ਤਾਂ ਅਸੀਂ ਸੋਚਦੇ ਹਾਂ ਕਿ ਹਾਂ ਅਸੀਂ ਕਈ ਵਾਰੀ ਆਪਣੀ ਹੈਸੀਅਤ ਤੋਂ ਵੱਧ ਕੇ ਕਿ ਆਹ ਪਰਿਵਾਰ ਤਕੜਾ ਪਰਿਵਾਰ ਆ, ਅਤੇ ਸਾਡੀ ਹੈਸੀਅਤ ਜਿੰਨੀ ਹੈ ਅਸੀਂ ਉਸ ਤੋਂ ਵੀ ਜ਼ਿਆਦਾ ਹੈਸੀਅਤ ਦੇ ਨਾਲ ਚੀਜ਼ ਖਰੀਦਦੇ ਹਾਂ, ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜਿਹੜੇ ਅਸਲ ਦੇ ਵਿੱਚ ਸਾਡੇ ਰਿਸ਼ਤੇਦਾਰ ਹੁੰਦੇ ਆ, ਹੋ ਸਕਦਾ ਜੇ ਉਹ ਘੱਟ ਹੈਸੀਅਤ ਵਾਲੇ ਵੀ ਰੱਖਦੇ ਆ, ਅਤੇ ਉਹਨਾਂ ਲਈ ਅਸੀਂ ਸੋਚਦੇ ਹਾਂ ਚੱਲ ਇਹ ਤਾਂ ਘਰੇ ਪਈ ਹੋਈ ਚੀਜ਼ ਵੀ ਚੱਲ ਜੂ। ਸੋ ਕੀ ਅਸੀਂ ਇਸ ਤਰ੍ਹਾਂ ਦੀਆਂ ਦੋਗਲੇ ਤਰ੍ਹਾਂ ਦੀਆਂ ਗੱਲਾਂ ਸਾਡੇ ਕਲਚਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਆ ਗਈਆਂ ਨੇ? ਅਸੀਂ ਦਿਖਾਵੇ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਗਏ ਹਾਂ, ਹੈਸੀਅਤ ਦੇ ਹਿਸਾਬ ਨਾਲ ਵਰਤਣ ਲੱਗ ਗਏ ਹਾਂ। ਇਹ ਆਪਣੇ ਆਪ ਦੇ ਵਿੱਚ ਇੱਕ ਮੁੱਦਾ, ਕਿਉਂਕਿ ਜਿਹੜੀਆਂ ਮੇਰੀਆਂ ਭੈਣਾਂ ਇਸ ਵੇਲੇ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦੀਆਂ
ਹੁੰਦੀਆਂ ਹੋਣਗੀਆਂ ਵੀ ਹਾਂ ਅਸੀਂ ਇੱਦਾਂ ਕਰਦੇ ਤਾਂ ਹੈਗੇ ਹਾਂ, ਪਰ ਕੀ ਸਾਨੂੰ ਕਰਨਾ ਚਾਹੀਦਾ ਤੇ ਕਿਹੜੇ ਅਸਲੀ ਗੁਣਾਂ ਦੇ ਉੱਤੇ ਕੀ ਜਿਹੜਾ ਬੰਦਾ ਸਾਡੇ ਨਾਲ ਦੁੱਖ ਸੁੱਖ 'ਚ ਖੜਦਾ ਸਾਨੂੰ ਉਹਦੇ ਵਾਸਤੇ ਵਧੀਆ ਤਿਆਰੀ ਕਰਨ ਦੀ ਲੋੜ ਨਹੀਂ ਆ। ਕਈ ਸਾਡੇ ਭੈਣ ਭਰਾ ਇਹ ਵੀ ਕਹਿੰਦੇ ਆ ਵੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਡੇ ਵੀਰ ਕੰਮ ਕਰਦੇ ਆ ਉਹ ਬਹੁਤ ਮਤਲਬ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਅਤੇ ਕੱਪੜੇ ਵੀ ਉਹਨਾਂ ਦੇ ਉਵੇਂ ਹੀ ਹੁੰਦੇ ਆ। ਪਰ ਮੈਂ ਇਹ ਚੀਜ਼ ਜ਼ਰੂਰ ਦੱਸਣਾ ਚਾਹੁੰਦੀ ਹਾਂ ਵੀ ਜਿਹੜੇ ਵੀ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਆਏ ਹੋਏ ਸਾਡੇ ਭਰਾ ਟਰੱਕਿੰਗ ਕਰਦੇ ਆ ਜਾਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਆ, ਬਹੁਤ ਕੁਆਲੀਫਾਈਡ ਲੋਕ ਨੇ। ਬਹੁਤ ਸਾਰੇ ਉੱਧਰੋਂ ਮਾਸਟਰਸ ਕਰਕੇ ਆਏ ਨੇ, ਬਹੁਤ ਸਾਰੇ ਇੰਜੀਨੀਅਰਸ ਟਰੱਕ ਚਲਾਉਂਦੇ ਨੇ। ਔਰ ਤੁਸੀਂ ਕਿਸੇ ਦੇ ਕੰਮ ਦੇ ਹਿਸਾਬ ਨਾਲ ਕਿਸੇ ਨੂੰ ਜੱਜ ਨਹੀਂ ਕਰ ਸਕਦੇ। ਬਹੁਤ ਹਾਈਲੀ ਕੁਆਲੀਫਾਈਡ ਸਾਡੇ ਭਰਾ ਇੱਧਰ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ। ਜੇ ਉਬਰ ਦੀ ਗੱਲ ਕਰੀਏ ਤਾਂ ਉਬਰ ਦੇ ਵਿੱਚ ਵੀ ਬਹੁਤ ਹਾਈਲੀ ਕੁਆਲੀਫਾਈਡ ਕਈ ਬੱਚੇ ਜਿਹੜੇ ਉੱਧਰੋਂ ਆਏ ਆ ਉਹ ਉਬਰ ਚਲਾਉਂਦੇ ਨੇ। ਤੁਸੀਂ ਇਸ ਮੁਲਕ ਦੇ ਵਿੱਚ ਕਿਉਂਕਿ ਉੱਚਾ ਨੀਵਾਂ ਕੋਈ ਨਹੀਂ ਆ, ਅਸੀਂ ਸਿਰਫ ਕਿਸੇ ਨੂੰ ਦੇਖ ਕੇ, ਕਿਸੇ ਦੇ ਕੱਪੜੇ ਦੇਖ ਕੇ ਜਾਂ ਕਿਸੇ ਦੀ ਕੰਮ ਕਰਨ ਦੇ ਵੇਲੇ ਹਾਲਤ ਦੇਖ ਕੇ ਅਸੀਂ ਜੱਜ ਨਹੀਂ ਕਰ ਸਕਦੇ ਕਿ ਇਹ ਬੰਦੇ ਦੀ ਹੈਸੀਅਤ ਕੀ ਹੋਊਗੀ। ਜੇ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਤਾਂ ਸਭ ਤੋਂ ਹਾਈਲੀ ਪੇਡ ਜੋਬ ਆ ਟਰੱਕਿੰਗ ਇੰਡਸਟਰੀ, ਜਿੱਥੇ ਕਿ ਮਤਲਬ ਸਾਡੇ ਵੀਰ ਜਿਹੜੇ ਆ ਵੈਲ ਕੁਆਲੀਫਾਈਡ ਤਾਂ ਹੈਗੇ ਹੀ ਆ, ਬਹੁਤ ਚੰਗਾ ਕਮਾਉਂਦੇ ਵੀ ਨੇ। ਕੋਈ ਇਹ ਨਹੀਂ ਆ ਕਿ ਟਰੱਕਿੰਗ ਦੀ ਜੋਬ ਦੇ ਵਿੱਚ ਇੱਥੋਂ ਦੀ ਟਰੱਕਿੰਗ ਜੋਬ ਜਿਹੜੇ ਕਰਦੇ ਨੇ ਉਹ ਤਾਂ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਕਿ ਵੱਡੇ ਵੱਡੇ ਘਰਾਂ ਦੇ ਵੱਡੀਆਂ ਵੱਡੀਆਂ ਗੱਡੀਆਂ ਦੇ ਮਾਲਕ ਆ। ਪਰ ਤੁਸੀਂ ਇਹ ਨਾ ਸੋਚੋ ਕਿ ਸ਼ਾਇਦ ਉਹ ਪੜ੍ਹੇ ਨਹੀਂ ਹੋਣਗੇ, ਉਹ ਹਾਈਲੀ ਕੁਆਲੀਫਾਈਡ ਜਿਹੜੇ ਸਾਡੇ ਵੀਰ ਆ ਉਹ ਵੀ ਟਰੱਕ ਚਲਾ ਰਹੇ ਨੇ। ਸੋ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਬੰਦਾ ਇਸ ਜਗ੍ਹਾ 'ਤੇ ਖੜਾ ਜਾਂ ਇਹ ਕੰਮ ਕਰ ਰਿਹਾ, ਹੋ ਸਕਦਾ ਇਹਨੂੰ ਇਸ ਚੀਜ਼ ਦੀ ਨੌਲੇਜ ਨਾ ਹੋਵੇ। ਸੋ ਅਸੀਂ ਕਦੇ ਵੀ ਕਿਸੇ ਦੀ ਹਾਲਤ ਦੇਖ ਕੇ ਕਦੇ ਵੀ ਕਿਸੇ ਦੇ ਕੰਮ ਕਿਉਂਕਿ ਜਿਹੜਾ ਕੰਮ ਕਰਦਾ ਹੋਊਗਾ ਉਹਦੇ ਤਾਂ ਹੱਥ ਵੀ ਗੰਦੇ ਹੋਣਗੇ। ਜਿਹੜਾ ਕੰਮ ਕਰਦਾ ਹੋਊਗਾ ਉਹਦਾ ਤਾਂ ਹੋ ਸਕਦਾ ਕੰਮ ਕਰਦੇ ਦੇ ਸਮੇਂ ਆਪਦਾ ਤਿਆਰ ਹੋਣ ਦਾ ਉਹ ਤਿਆਰ ਥੋੜ੍ਹੀ ਹੋਊਗਾ, ਉਹ ਤਾਂ ਆਪਣੀ ਮਿਹਨਤ ਕਰ ਰਿਹਾ ਹੋ। ਸੋ ਜਿਹੜੇ ਇਹ ਮੁਲਕ ਆ, ਇਹਨਾਂ ਮੁਲਕਾਂ ਨੇ ਸਾਨੂੰ ਇੱਕ ਚੀਜ਼ ਬਹੁਤ ਵਧੀਆ ਸਿਖਾਈ ਆ, ਉਹ ਇਹ ਕਿ ਤੁਹਾਡਾ ਕੰਮ ਹੀ ਤੁਹਾਡੀ ਹੈਸੀਅਤ ਆ। ਇੱਥੇ ਬੇਸ਼ੱਕ ਤੁਸੀਂ ਬੇਸਮੈਂਟ 'ਚ ਰਹਿ ਰਹੇ ਹੋ, ਬੇਸ਼ੱਕ ਤੁਸੀਂ ਮਿਲੀਅਨ ਦੇ ਘਰ 'ਚ ਰਹਿ ਰਹੇ ਹੋ, ਬੇਸ਼ੱਕ ਤੁਸੀਂ ਕਿਸੇ ਨਾਲ ਸ਼ੇਅਰਿੰਗ 'ਚ ਰਹਿ ਰਹੇ ਹੋ, ਇਹਨਾਂ ਮੁਲਕਾਂ ਨੇ ਸਾਨੂੰ ਹੈਸੀਅਤ ਸਾਡਾ ਕੰਮ ਦੱਸਿਆ। ਇਹਨਾਂ ਮੁਲਕਾਂ ਦੀ ਇੱਕ ਦੇਣ ਸਾਡੇ ਪੂਰੇ ਭਾਈਚਾਰੇ ਨੂੰ ਇਹ ਆ ਕਿ ਅਸੀਂ ਆਪਣੇ ਕੰਮ ਨੂੰ ਹੀ ਪੂਜਣਾ। ਸਾਡਾ ਕੰਮ ਹੀ ਸਾਡੀ ਹੈਸੀਅਤ ਆ। ਸਾਡੇ ਕੰਮ ਦੇ ਹਿਸਾਬ ਨਾਲ ਹੀ ਅਸੀਂ ਦੂਜੇ ਦੇ ਕਿਰਦਾਰ ਨੂੰ ਤੋਲ ਸਕਦੇ ਹਾਂ। ਬਾਕੀ ਅਸੀਂ ਕਿੰਨੇ ਨੇਕ ਹਾਂ, ਕਿੰਨੇ ਵਧੀਆ ਦੂਜੇ ਨਾਲ ਡੀਲ ਕਰਦੇ ਹਾਂ, ਸਾਡਾ ਮੂੰਹ ਜਦੋਂ ਖੁੱਲ੍ਹਦਾ ਅਸੀਂ ਕਿਵੇਂ ਦੂਜੇ ਨੂੰ ਅਹਿਸਾਸ ਦਿਵਾਉਂਦੇ ਹਾਂ। ਇੱਜ਼ਤ ਤਾਂ ਕੰਮ ਦੇ ਹਿਸਾਬ ਨਾਲ, ਤੁਹਾਡੇ ਮੂੰਹ ਖੁੱਲ੍ਹਣ ਦੇ ਹਿਸਾਬ ਨਾਲ ਅਤੇ ਤੁਹਾਡੀ ਨੇਕੀ ਦੇ ਹਿਸਾਬ ਨਾਲ ਮਾਪੀ ਜਾਣੀ ਚਾਹੀਦੀ ਹੈ, ਨਾ ਕਿ ਤੁਹਾਡੇ ਕੋਲੇ ਪੈਸਾ, ਰੁਤਬਾ। ਕਿਉਂਕਿ ਜਦੋਂ ਅਸੀਂ ਪੰਜਾਬ ਤੋਂ ਆਏ ਸੀ ਇਹ ਚੀਜ਼ ਸਾਡੇ ਮਨਾਂ 'ਚ ਭਰੀ ਹੋਈ ਹੁੰਦੀ ਸੀ ਕਿ ਅਸੀਂ ਜੇ ਕੋਈ ਮੂੰਗਫਲੀ ਦੀ ਰੇਹੜੀ ਲਾਉਂਦਾ ਤਾਂ ਅਸੀਂ ਉਹਨੂੰ ਉਹਦੀ ਹੈਸੀਅਤ ਦੇ ਹਿਸਾਬ ਨਾਲ ਜੱਜ ਕਰਦੇ ਹਾਂ। ਜੇ ਕੋਈ ਬਹੁਤ ਵੱਡੀ ਗੱਡੀ 'ਚ ਜਾ ਰਿਹਾ ਅਸੀਂ ਉਹਨੂੰ ਉਹਦੀ ਹੈਸੀਅਤ ਦੇ ਹਿਸਾਬ ਨਾਲ ਤੋਲਦੇ ਹਾਂ, ਉਹਦੀ ਹੈਸੀਅਤ ਦੇ ਹਿਸਾਬ ਨਾਲ ਗੱਲ ਕਰਦੇ ਹਾਂ। ਪਰ ਹੈਸੀਅਤ ਦੇ ਵਿੱਚ ਪੈਸਾ ਬਹੁਤਾ ਮਾਇਨੇ ਨਹੀਂ ਰੱਖਦਾ। ਹੁਣ ਅੱਜ ਮੈਂ ਇਸ ਜਗ੍ਹਾ ਦੇ ਉੱਤੇ ਨੌਕਰੀ ਕਰ ਰਹੀ ਹਾਂ, ਹੋ ਸਕਦਾ ਮੈਨੂੰ ਬਹੁਤ ਲੋਕ ਇਸ ਕੰਮ ਕਰਕੇ ਮਾਣ ਸਤਿਕਾਰ ਦੇ ਦੇਣ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਮੈਂ ਇੱਥੇ ਕੰਮ ਕਰ ਰਹੀ ਹਾਂ ਜਾਂ ਨਹੀਂ ਕਰ ਰਹੀ, ਅਸਲ ਦੇ ਵਿੱਚ ਤਾਂ ਮੇਰੀ ਆਪਣੀ ਇੰਡੀਵਿਜੂਅਲਿਟੀ ਕੀ ਆ, ਮੇਰੇ ਅੰਦਰ ਦੀ ਇਨਸਾਨੀਅਤ ਕੀ ਆ, ਉਹ ਮਾਇਨੇ ਰੱਖਦੀ ਆ। ਔਰ ਇਹ ਵੀ ਨਹੀਂ ਆ ਕਿ ਜੇ ਅਸੀਂ ਕਿਸੇ ਪੋਸਟ ਦੇ ਉੱਤੇ ਬੈਠੇ ਹਾਂ, ਕਿਸੇ ਅਸੀਂ ਅਹੁਦੇ 'ਤੇ ਬੈਠੇ ਹਾਂ, ਕਿਸੇ ਅਸੀਂ ਰੁਤਬੇ 'ਤੇ ਪਹੁੰਚ ਗਏ ਹਾਂ ਅਤੇ ਅਸੀਂ ਸਿਰਫ ਲੱਤ 'ਤੇ ਲੱਤ ਧਰ ਕੇ ਉਸ ਅਹੁਦੇ ਦਾ ਦੂਜਿਆਂ ਨੂੰ ਵੱਡਾਪਣ ਦਿਖਾਉਣ ਦੇ ਲਈ ਬੈਠੇ ਹੋਏ ਹਾਂ। ਇਹ ਸਾਰੀਆਂ ਚੀਜ਼ਾਂ ਇਸ ਕਰਕੇ ਜੁੜੀਆਂ ਹੋਈਆਂ ਨੇ ਕਿਉਂਕਿ ਇਹ ਅੰਦਰਲੀ ਮਾਨਸਿਕਤਾ ਨੂੰ ਦਰਸਾਉਂਦੀਆਂ ਨੇ, ਸਾਡੇ ਆਪਣੇ ਅੰਦਰਲੇ ਭਾਵਾਂ ਨੂੰ ਦਰਸਾਉਂਦੀਆਂ ਨੇ। ਅਸੀਂ ਜਿਹੜੀ ਕੁਰਸੀ 'ਤੇ ਬੈਠ ਕੇ ਕਿਸੇ ਦੂਜੇ ਬੰਦੇ ਨੂੰ ਛੋਟਾ ਹੋਣ ਦਾ ਅਹਿਸਾਸ ਨਹੀਂ ਦਿਵਾਉਂਦੇ, ਅਸਲ ਦੇ ਵਿੱਚ ਉਹੀ ਅਸੀਂ ਆਪਣੀ ਅਸਲੀ ਨੌਕਰੀ ਕਰ ਰਹੇ ਹੁੰਦੇ ਹਾਂ। ਕਿਉਂਕਿ ਪੜ੍ਹ ਲਿਖ ਜਾਣਾ, ਕਿਸੇ ਪੋਸਟ 'ਤੇ ਪਹੁੰਚ ਜਾਣਾ, ਪੈਸਾ ਕਮਾ ਲੈਣਾ, ਇਹ ਸਾਰਾ ਕੰਮ ਨਾਲ ਜੁੜਿਆ ਹੋਇਆ। ਇਹ ਹਰ ਕੋਈ ਕਰ ਸਕਦਾ ਕਿਉਂਕਿ ਜਿਹਨੂੰ ਵੀ ਪਰਮਾਤਮਾ ਨੇ ਦੋ ਹੱਥ ਦਿੱਤੇ ਆ ਉਹ ਮਿਹਨਤ ਕਰ ਸਕਦਾ, ਪੈਸਾ ਕਮਾ ਸਕਦਾ, ਗੱਡੀਆਂ ਲੈ ਸਕਦਾ। ਪਰ ਅੰਦਰਲੀ ਮਾਨਸਿਕਤਾ, ਸਾਡੇ ਸੋਚਣ ਦਾ ਨਜ਼ਰੀਆ, ਸਾਡੇ ਦੂਜੇ ਨੂੰ ਮਹਿਸੂਸ ਕਰਾਉਣ ਦਾ ਭਾਵ। ਕਿਉਂਕਿ ਜਦੋਂ ਇਹਨਾਂ ਕੰਟਰੀਜ਼ ਦੇ ਵਿੱਚ ਅਸੀਂ ਆਉਂਦੇ ਹਾਂ, ਅਸੀਂ ਬਹੁਤ ਬੇਸਿਕ ਜੋਬ ਸ਼ੁਰੂ ਕਰਦੇ ਹਾਂ ਔਰ ਹਰ ਕਿਸੇ ਨੇ ਕੀਤੀ ਆ ਜਿਹੜਾ ਇੱਥੇ
$0 ਤੇ 2 सूटकेस लैके आया। हर किसी ने, हो सकता किसी दिन वो भुखा भी सुत्ता होवे, ये भी हो सकता कि एयरपोर्ट तो आउण तो बाद पहले 2-4 महीने औखे भी कढ़े होण, पर इहदा मतलब ये नहीं आ कि वो उस इंसान की कदर करनी नहीं बनती। इंसान की कदर उसके काम के हिसाब नाल नापी जानी चाहिए, उसकी नेकी के हिसाब नाल नापी जानी चाहिए, उसके पैसे के हिसाब नाल नहीं। क्योंकि एक चीज़ जरूर मैनू लगता हुंदा कि असीं भी आप इहदे च रोल अदा करते हैं, क्योंकि सानू लगता कि असीं दूजे दे, जे किसी ने कोई फंक्शन रखिया, विआह का फंक्शन रखिया, कोई पार्टी रखिया, असीं हर एक चीज़ नूं लोकेशन देखते हैं, असीं कपड़ियां दा ब्रांड देखते हैं, असीं देखते हैं बंदा गड्डी किहड़ी च उतरिया, उस हिसाब दे नाल ही असीं इज्जत दे रहे हैं। एक्चुअली असीं इज्जत नहीं दे रहे हुंदे, असीं ये देख रहे हुंदे कि सानू लोड़ पैण ते किन्ना साडा मतलब साधिया जा सकदा। पर असीं कोशिश करिए, अपने आप ते यकीन रखिए, अपनी एजुकेशन ते यकीन रखिए। जे तुहाडे च काबलियत हैगी आ तां तुसीं किते भी पहुँच सकते हो। ये गल्लां मैं इस करके कर रही हाँ कि प्रोफैसर गुरभजन गिल जी की ये गल मैनू अज इस करके याद आई, क्योंकि अक्सर साडी क्लास दे विच वो ये गल्लां दे उत्ते बहुत चीज़ां डिस्कस करदे सी। सानू लगदा सी कि वो क्लास दे विच ਇਹੋ ਜਿਹੀਆਂ ਚੀਜ਼ਾਂ ਸਾਨੂੰ ਕਿਉਂ ਸਿਖਾ ਰਹੇ ਆ। ਸਾਡਾ ਸਿਲੇਬਸ ਤਾਂ ਕੁਛ ਹੋਰ ਕਹਿੰਦਾ, ਸਾਨੂੰ ਸਿਲੇਬਸ ਦੇ ਹਿਸਾਬ ਨਾਲ ਤਾਂ ਫਟਾਫਟ ਪੀਰੀਅਡ ख़त्म ਹੋਇਆ ਤੇ ਅਸੀਂ ਕਲਾਸ ਤੋਂ ਬਾਹਰ ਚਲੇ ਜਾਈਏ। ਪਰ ਹੁਣ ਇਹਨਾਂ ਗੱਲਾਂ ਦੀ ਅਹਿਮੀਅਤ ਪਤਾ ਲੱਗਦੀ ਆ ਕਿ ਹਾਂ ਉਹ ਬਿਲਕੁਲ ਸਹੀ ਕਹਿੰਦੇ ਸੀ ਕਿ ਸਾਨੂੰ ਕਦੇ ਉਹਨਾਂ ਨੇ ਇਹ ਚੀਜ਼ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਅਸੀਂ ਉਹਨਾਂ ਤੋਂ ਪੜ੍ਹ ਰਹੇ ਹਾਂ। ਸਾਨੂੰ ਆਪਣੇ ਸਟੂਡੈਂਟ ਘੱਟ ਤੇ ਆਪਣੇ ਬੱਚੇ ਸਮਝ ਕੇ ਉਹਨਾਂ ਨੇ ਪੜ੍ਹਾਇਆ, ਇਹ ਚੀਜ਼ ਅੱਜ ਵੀ ਸਾਨੂੰ ਉਹਨਾਂ ਦੀ ਯਾਦ ਰਹੇਗੀ। ਸੋ ਜਦੋਂ ਅਸੀਂ ਕਿਸੇ ਨਾਲ ਵਿਚਰਦੇ ਹਾਂ ਤਾਂ ਸਾਨੂੰ ਉਸ ਇਨਸਾਨ ਦਾ ਸਿਖਾਇਆ ਹੋਇਆ, ਉਸ ਇਨਸਾਨ ਦਾ ਸਾਡੇ ਨਾਲ ਪਿਆਰ ਦੇ ਤਰੀਕੇ ਨਾਲ ਗੱਲ ਕਰਨਾ, ਉਸ ਇਨਸਾਨ ਦਾ ਸਾਨੂੰ ਇੱਜ਼ਤ ਦੇਣਾ, ਉਸ ਇਨਸਾਨ ਦਾ ਸਾਨੂੰ ਵਧੀਆ ਮਹਿਸੂਸ ਕਰਾਉਣਾ ਹਮੇਸ਼ਾ ਯਾਦ ਰਹਿ ਜਾਂਦਾ। ਔਰ ਯਕੀਨ ਜਾਣਿਓ ਇਹ ਜ਼ਿੰਦਗੀ ਬਹੁਤ ਛੋਟੀ ਆ, ਪਰ ਇਹਦੇ 'ਚ ਤੁਸੀਂ ਬਹੁਤ ਵੱਡੇ ਵੱਡੇ ਕੰਮ ਕਰ ਸਕਦੇ ਹੋ। ਤੁਹਾਨੂੰ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ, ਕਿਉਂਕਿ ਅੱਜ ਅਸੀਂ ਜਿਹੜੀ ਜਗ੍ਹਾ 'ਤੇ ਹੈਗੇ ਹਾਂ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੇ ਲਈ ਇੱਕ ਯਾਦ ਬਣ ਜਾਵੇ। ਪਰ ਕਿਸੇ ਇਨਸਾਨ ਨਾਲ ਤੁਸੀਂ ਕਿਵੇਂ ਦਾ ਬਿਹੇਵ ਕਰਦੇ ਹੋ, ਕਿਸੇ ਇਨਸਾਨ ਨਾਲ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਾਉਂਦੇ ਹੋ, ਇਹ ਆਪਣੇ ਆਪ 'ਚ ਇੱਕ ਮੈਮਰੀ ਬਣ ਜਾਂਦਾ, ਇੱਕ ਯਾਦ ਬਣ ਜਾਂਦਾ। ਸੋ ਪੈਸਾ, ਦੌਲਤ, रुतबा, शोहरत, ये चीज़ां बहुत छोटियां ने। तुसी भी सोचा होगा या तुसी अपने दिल च सोच रहे होंगे कि अक्सर जो असी बहुत वड्डे लैविशिंग किसी डिनर ते जाने तो सानू लगता भी असी यही देखते रहे कि असी चमचा या फॉक किवें फड़ना गा ते चज नाल रज के नहीं आए। तो जदों असी किसी अपने दोस्त दे नाल बह के खाने, चाहे असी गुड़ वाली रोटी ही खा रहे होइए, पर सानू रज आ जाता, सानू स्वाद आ जाता, क्योंकि असी उत्थे किते दिखावा ऐड नहीं किया, असी उहदे च कुछ भी फिल्टर्ड चीज़ ऐड नहीं की। सो जदों भी हैसियत, पैसा, रुतबा, ये सब चीज़ां आ जांदियां ने, उत्थे रिश्तेदारियां नूं असी अलग अलग हिसाब नाल तरजीह देण लगदे हां। ਜਿਹੜੇ ਵੀ ਇਹ ਪ੍ਰੋਗਰਾਮ ਦੇਖ ਰਹੇ ਨੇ ਜਾਂ ਜਿਹੜੀਆਂ ਵੀ ਮੇਰੀਆਂ ਭੈਣਾਂ ਇਹ ਪ੍ਰੋਗਰਾਮ ਦੇਖ ਰਹੀਆਂ ਨੇ, ਤੁਹਾਨੂੰ ਕੀ ਲੱਗਦਾ, ਤੁਹਾਨੂੰ ਇਹ ਪ੍ਰੋਗਰਾਮ ਸੁਣ ਕੇ ਕਿਸ ਦੀ ਯਾਦ ਆਈ? ਕਿਹੜਾ ਇਨਸਾਨ ਆ ਜਿਹਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਮਹਿਸੂਸ ਕਰਾਇਆ? ਜਦੋਂ ਤੁਹਾਡੀ, ਕਿਉਂਕਿ ਇਸ ਚੀਜ਼ ਨਾਲ ਤੁਹਾਡੀ ਮਾਨਸਿਕ ਸਿਹਤ ਜੁੜੀ ਹੋਈ ਆ, ਜਦੋਂ ਤੁਹਾਨੂੰ ਚਾਹੇ ਤੁਸੀਂ ਆਪਣੇ ਘਰ 'ਚੋਂ ਜਾਂ ਤੁਸੀਂ ਵਿਆਹ ਕਰਾ ਕੇ ਕਿਤੇ ਗਏ, ਜਿਸ ਇਨਸਾਨ ਨੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਕਰਾਇਆ, ਚਾਹੇ ਤੁਸੀਂ ਆਪਣੀ ਵਰਕ ਪਲੇਸ 'ਤੇ ਹੋ, ਜਿਸ ਇਨਸਾਨ ਨੇ ਤੁਹਾਡਾ ਸਾਥ ਦਿੱਤਾ, ਤੁਹਾਨੂੰ ਪਿਆਰ ਨਾਲ ਬੁਲਾਇਆ, ਤੁਹਾਡੀ ਕਦਰ ਕੀਤੀ, ਜਾਂ ਤੁਹਾਨੂੰ ਅੱਗੇ ਲਿਜਾਣ ਦਾ, ਅੱਗੇ ਵਧਾਉਣ ਦਾ ਇੱਕ ਹੌਸਲਾ ਕੀਤਾ, ਜਾਂ ਤੁਹਾਨੂੰ ਤੁਹਾਡੀ ਉਹ ਆਇਡੈਂਟੀਟੀ ਦਿਖਾਈ, ਤੁਹਾਨੂੰ ਉਹ ਬੰਦਾ ਕਿੰਨਾ ਯਾਦ ਰਹਿੰਦਾ? ਜਾਂ ਫਿਰ ਤੁਹਾਨੂੰ ਯਾਦ ਰਹਿੰਦਾ ਉਸ ਬੰਦੇ ਦਾ ਪੈਸਾ, ਰੁਤਬਾ, ਸ਼ੋਹਰਤ, ਗੱਡੀ, ਬ੍ਰਾਂਡ? ਕਿਉਂਕਿ ਜਿਹੜੀ ਵੀ ਦਿਖਾਵਾ ਅਸੀਂ ਕਰ ਰਹੇ ਹਾਂ, ਅਸੀਂ ਆਪਣੇ ਲਈ ਕਰ ਰਹੇ ਹਾਂ। ਸੋ ਇਹ ਚੀਜ਼ ਅਸੀਂ ਆਪਣੇ ਦਿਮਾਗ 'ਚ ਜ਼ਰੂਰ ਬਿਠਾ ਲਈਏ ਕਿ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕੰਮ ਅਸੀਂ ਆਪਣਾ ਆਪ ਕਰਨਾ, ਆਪਣੇ ਆਪ ਦੇ ਉੱਤੇ ਅਸੀਂ ਆਪ ਜ਼ੋਰ ਲਾਉਣਾ, ਅਤੇ ਇਹਨਾਂ ਦਿਖਾਵਿਆਂ ਤੋਂ ਉੱਪਰ ਉੱਠ ਕੇ ਹੈਸੀਅਤ ਨੂੰ ਨਾ ਪਰਖਦੇ ਹੋਏ ਹੈਸੀਅਤ ਦੀ ਪਰਿਭਾਸ਼ਾ ਬਦਲ ਦਈਏ। ਹੈਸੀਅਤ ਦੇ ਵਿੱਚ ਸਾਨੂੰ ਪਿਆਰ ਕਰਨ ਵਾਲੇ, ਸਾਨੂੰ ਉੱਚਾ ਚੁੱਕਣ ਵਾਲੇ, ਨੇਕ ਕਿਰਦਾਰਾਂ ਨੂੰ ਉਹਨਾਂ ਦੀ ਹੈਸੀਅਤ ਦੇ ਨਾਲ ਅਸੀਂ ਵਰਤੀਏ, ਨਾ ਕਿ ਪੈਸੇ, ਰੁਤਬੇ
ਜਾਂ ਦੌਲਤ ਦੇ ਹਿਸਾਬ ਨਾਲ ਵਰਤੀਏ। ਆਸ ਕਰਦੇ ਹਾਂ ਕਿ ਤੁਸੀਂ ਗੱਲਾਂ ਵਿੱਚੋਂ ਗਲਕੜੀ ਦੀ ਇਹ ਪੇਸ਼ਕਸ਼ ਜ਼ਰੂਰ ਪਸੰਦ ਕੀਤੀ ਹੋਏਗੀ। ਫਿਰ ਤੋਂ ਇੱਕ ਵੱਖਰਾ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਜੋਸ਼ ਜਜ਼ਬਾ ਹਰਮਦਾਨ ਫਤਿਹ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।